ਜਿਹੜੇ ਬੰਦੇ ਵੀ ਇਸ ਦੌਰ ਵਿੱਚ ਬਾਬਿਆਂ ਕੋਲ ਵੀ ਗਏ ਨੇ, ਕੋਸ਼ਿਸ਼ ਵੀ ਕੀਤੀ ਆ, ਕਾਰੋਬਾਰ ਵੀ ਕੀਤਾ ਵਾ, ਬਾਹਰ ਜਾਣ ਦੀ ਕੋਸ਼ਿਸ਼ ਵੀ ਕਰਦੇ ਨੇ, ਲੇਕਿਨ ਫਿਰ ਵੀ ਕੋਈ ਕੰਮ ਨਹੀਂ ਹੁੰਦਾ। ਪੈਸਾ ਕਮਾਉਣਾ ਚਾਹੁੰਦੇ ਨੇ, ਦੁਕਾਨ ਚਲਾਉਣਾ ਚਾਹੁੰਦੇ ਨੇ, ਬਰੂਨੇ ਮੁਲਕ ਜਾਣਾ ਚਾਹੁੰਦੇ ਨੇ, ਲੇਕਿਨ ਉਹਨਾਂ ਦਾ ਕੋਈ ਕੰਮ ਨਹੀਂ ਹੁੰਦਾ। ਇਸ ਦੌਰ ਵਿੱਚ ਵੀ ਅਗਰ ਨਹੀਂ ਹੁੰਦਾ ਤਾਂ ਇਹ ਬੜੇ ਹੀ ਅਫਸੋਸ ਦੀ ਗੱਲ ਵਾ। ਉਹ ਦੌਰ ਚਲੇ ਗਏ ਨੇ ਕਿ ਜਦੋਂ ਬੰਦੇ ਸਾਰਾ ਦਿਨ ਮਿਹਨਤ ਕਰਦੇ ਸੀ ਤੇ ਥੋੜ੍ਹੇ ਜਿਹੇ ਪੈਸੇ ਕਮਾਉਂਦੇ ਸੀ। ਹੁਣ ਤਾਂ ਲੋਕ 1 ਘੰਟਾ ਕੰਮ ਕਰਦੇ ਨੇ ਤੇ ਲੱਖਾਂ ਰੁਪਈਆ ਕਮਾਉਂਦੇ ਨੇ। ਇਸ ਦੌਰ ਵਿੱਚ ਪੈਸੇ ਕਮਾਉਣ ਵਾਸਤੇ ਮਿਹਨਤ ਦੀ ਨਹੀਂ, ਅਕਲ ਦੀ ਜ਼ਰੂਰਤ ਆ, ਜਿਹੜੀ ਅਸੀਂ ਇਸਤੇਮਾਲ ਨਹੀਂ ਕਰ ਸਕਦੇ। ਤੁਸੀਂ ਬਰੂਨੇ ਮੁਲਕ ਜਾਣਾ ਚਾਹੁੰਦੇ ਜੇ, ਕਾਰੋਬਾਰ ਕਰਨਾ ਚਾਹੁੰਦੇ ਜੇ, ਪੈਸਾ ਕਮਾਉਣਾ ਚਾਹੁੰਦੇ ਜੇ, ਘਰ ਬੈਠੇ ਬਗੈਰ 12 14 ਘੰਟੇ ਡਿਊਟੀ ਕਰਨ ਤੋਂ ਬਗੈਰ ਅਗਰ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਜੇ ਤਾਂ ਤੁਸੀਂ ਵੀ ਉਹ ਕੰਮ ਕਰੋ ਜਿਹੜੇ ਲੋਕ ਕਰਦੇ ਨੇ। ਲੋਕ ਇੰਨੇ ਕਾਮਯਾਬ ਕਿਉਂ ਨੇ? ਉਹਨਾਂ ਲੋਕਾਂ ਨੂੰ ਦੇਖੋ ਨਾ ਕਿ ਉਹ ਦਫ਼ਤਰਾਂ 'ਚ ਬੈਠੇ ਨੇ, ਸਿਰਫ 1 ਕਲਿੱਕ ਕਰਦੇ ਨੇ ਤੇ ਹਜ਼ਾਰਾਂ ਲੱਖਾਂ ਕਰੋੜਾਂ ਰੁਪਈਆ ਕਮਾਉਂਦੇ ਨੇ। ਤਾਂ ਅਸੀਂ ਕਿਉਂ ਨਹੀਂ ਕਮਾ ਸਕਦੇ? ਬਿਲਕੁਲ ਕਮਾ ਸਕਦੇ ਅਸੀਂ ਵੀ। ਇਹਦੇ ਵਾਸਤੇ ਬੰਦੇ ਦਾ ਤਾਕਤਵਰ ਹੋਣਾ ਨਹੀਂ, ਬੰਦੇ ਦਾ ਅਕਲਮੰਦ ਹੋਣਾ ਜ਼ਰੂਰੀ ਹੈ। ਤੇ ਅਗਰ ਤੁਸੀਂ ਚਾਹੁੰਦੇ ਜੇ ਕਿ ਤੁਸੀਂ ਵੀ ਤਰੱਕੀ ਕਰੋ, ਪੈਸਾ ਕਮਾਓ, ਤੇ ਫਿਰ ਇਹ ਕੰਮ ਕਰੋ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਵਾਂ। ਦੁਨੀਆ ਦੇ ਵਿੱਚ ਤਕਰੀਬਨ 10% ਲੋਕ ਨੇ ਪੂਰੀ ਦੁਨੀਆ ਦੇ ਵਿੱਚ ਜਿਹੜੇ ਲੋਕ ਜ਼ਿੰਦਗੀ ਨੂੰ ਇੰਜੋਏ ਕਰ ਰਹੇ ਨੇ, ਜਿਨ੍ਹਾਂ ਲੋਕਾਂ ਦੇ ਕੋਲ ਦੁਨੀਆ ਦੀ ਹਰ ਆਸਾਇਸ਼ ਆ, ਹਰ ਪੈਸਾ, ਹਰ ਚੀਜ਼ ਵਾ। 100 ਚੋਂ 10 ਬੰਦੇ ਨੇ ਪੂਰੀ ਦੁਨੀਆ ਦੇ ਵਿੱਚ, ਆਲ ਵਰਲਡ ਵਿੱਚ। ਬਾਕੀ 90% ਲੋਕ ਨੇ, ਜੋ 30% ਲੋਕ ਜਿਹੜੇ ਮਿਡਲ ਕਲਾਸ ਨੇ, ਬਾਕੀ 70% ਜਿਹੜੇ ਲੋਕ ਆ ਨਾ, ਉਹ ਇਸੇ ਤਰ੍ਹਾਂ ਨੇ, ਸੁਬਾਹ ਕਮਾ ਲਈ, ਸ਼ਾਮ ਖਾ ਲਈ। ਉਹਨਾਂ ਲੋਕਾਂ ਦੀ ਸੋਚ ਹੀ ਇੰਨੀ ਗਾ ਕਿ ਯਾਰ ਠੀਕ ਆ, ਸ਼ੁਕਰ ਅੱਲਾ ਦਾ, ਅਲਹਮਦੁਲਿਲਾ, ਦਿਹਾੜੀ ਲੱਗ ਗਈ ਆ, ਇੰਨੇ ਬੜੇ ਨੇ, ਹੱਕ ਹਲਾਲ ਦੀ ਕਮਾ ਰਹੇ। ਬਈ ਸਾਰੇ ਹੱਕ ਹਲਾਲ ਦੀ ਕਮਾਉਂਦੇ ਨੇ, ਜ਼ਰੂਰੀ ਨਹੀਂ ਕਿ ਤੁਸੀਂ ਹਰਾਮ ਕਹੋ। ਹੱਕ ਹਲਾਲ ਦੀ ਕਮਾਓ ਤੁਸੀਂ, ਲੇਕਿਨ ਹੱਕ ਹਲਾਲ ਤਰੀਕੇ ਨਾਲ। ਕੋਈ ਤਰੀਕਾ ਐਸਾ ਦੇਖੋ, ਕੋਈ ਕਾਰੋਬਾਰ ਐਸਾ ਕਰੋ, ਕੋਈ ਕੰਮ ਐਸਾ ਕਰੋ ਕਿ ਜਿੰਦੇ 'ਚ ਤੁਹਾਨੂੰ ਪਤਾ ਲੱਗੇ ਕਿ ਯਾਰ ਇਹਦੇ ਵਿੱਚੋਂ ਮੈਂ ਤਰੱਕੀ ਕਰ ਸਕਦਾ। ਬਜਾਏ ਇਸਦੇ ਕਿ ਤੁਸੀਂ ਇੱਕ ਕੰਮ ਕਰ ਰਹੇ ਜੀ, ਸਾਰੀ ਜ਼ਿੰਦਗੀ ਸੋਚ ਰਹੇ ਨਹੀਂ ਯਾਰ ਇਹ ਠੀਕ ਹੈ, ਦਿਹਾੜੀ ਸ਼ਾਮ ਨੂੰ 500 ਲੱਭ ਹੀ ਜਾਂਦਾ ਵਾ ਨਾ। ਨਹੀਂ, ਉਹਨੂੰ ਬਦਲੋ। ਇਹ ਨਹੀਂ ਦੂਸਰਾ ਕਰੋ, ਦੂਸਰਾ ਨਹੀਂ ਤੀਸਰਾ ਕਰੋ। ਦੇਖੋ ਕਿ ਤੁਹਾਡੇ ਸੱਜੇ ਖੱਬੇ ਦੇ ਲੋਕ ਜਿਹੜੇ ਨੇ, ਬਹੁਤ ਸਾਰੇ ਲੋਕ ਨੇ ਜਿਹੜੇ ਤੁਹਾਡੇ ਹਮਸਾਏ ਹੁੰਦੇ ਨੇ, ਰਿਸ਼ਤੇਦਾਰ ਹੁੰਦੇ ਨੇ, ਉਹ ਬੜੀ ਜਲਦੀ ਤਰੱਕੀ ਕਰ ਜਾਂਦੇ ਨੇ। ਕਿਸ ਤਰ੍ਹਾਂ ਤਰੱਕੀ ਕਰ ਜਾਂਦੇ ਨੇ ਇਹ ਤੁਸੀਂ ਦੇਖੋ ਕਿ ਯਾਰ ਉਹਨਾਂ ਨੇ ਕੀ ਕੀਤਾ, ਅਸੀਂ ਕਿਉਂ ਨਹੀਂ ਕਰ ਸਕਦੇ? ਅਸੀਂ ਵੀ ਕਰ ਸਕਦੇ, ਲੇਕਿਨ ਆਪਣੇ ਆਪ ਨੂੰ ਬਦਲਣਾ ਪਏਗਾ, ਥੋੜ੍ਹਾ ਰਿਸਕ ਲੈਣਾ ਪਏਗਾ। ਰਿਸਕ ਲਓ, ਜ਼ਿੰਦਗੀ ਨਾ ਹੀ ਰਿਸਕ ਦਾ। ਰਿਸਕ ਲਓਗੇ ਤਾਂ ਕਾਮਯਾਬ ਹੋਵੋਗੇ। ਸਿਆਣੇ ਬੰਦੇ ਕਹਿੰਦੇ ਸੀ ਕਿ ਜਿਹੜਾ ਬੰਦਾ ਮਿਹਨਤ ਕਰੇ ਉਹ ਭੁੱਖਾ ਨਹੀਂ ਮਰਦਾ, ਲੇਕਿਨ ਉਹ ਦੌਰ ਹੁਣ ਚਲਾ ਗਿਆ। ਉਹ ਸਿਆਣੇ ਵੀ ਉਹਨੇ ਕੀ ਸੀ, ਉਹ ਜਿਹੜੇ ਸਿਆਣੇ ਸੀ ਨਾ, ਜਿਹਨਾਂ ਨੂੰ ਅਸੀਂ ਕਹਿੰਦੇ ਕਿ ਸਿਆਣੇ ਬੰਦੇ ਆਹ ਕਹਿ ਗਏ ਨੇ, ਸਿਆਣੇ ਬੰਦੇ ਨੇ ਆਹ ਗੱਲ ਕਹੀ, ਉਹ ਇੰਨੇ ਕੀ ਸਿਆਣੇ ਹੁੰਦੇ ਸੀ, ਉਹਨਾਂ ਨੂੰ 100 ਤੱਕ ਗਿਣਤੀ ਨਹੀਂ ਸੀ ਆਉਂਦੀ। ਉਹ ਸਾਡੇ ਆਪਣੇ, ਮੇਰੇ ਵਾਲਦ, ਮੇਰੇ ਤਾਏ ਜਿੰਨੇ ਵੀ ਸੀ ਨਾ, ਉਹਨਾਂ ਨੂੰ 100 ਤੱਕ ਗਿਣਤੀ ਨਹੀਂ ਸੀ ਆਉਂਦੀ। 100 ਕਹਿਣਾ ਹੁੰਦਾ ਤਾਂ 20 5 100। ਉਹ ਕਹਿੰਦੇ 5 ਵੀਆਂ ਹੋ ਗਈਆਂ ਨੇ, ਯਾਨੀ ਕਿ 100 ਨਹੀਂ ਸੀ ਗਿਣਦੇ ਹੁੰਦੇ, 5 ਵੀਆਂ ਹੋ ਗਈਆਂ, 6 ਵੀਆਂ ਹੋ ਗਈਆਂ, 7 ਵੀਆਂ ਹੋ ਗਈਆਂ। ਉਹ ਇੰਝ ਹਿਸਾਬ ਕਰਦੇ ਹੁੰਦੇ 20 ਦੇ ਹਿਸਾਬ, ਕਿਉਂਕਿ 20 30 ਤੋਂ ਅੱਗੇ ਉਹਨਾਂ ਨੂੰ ਗਿਣਤੀ ਨਹੀਂ ਸੀ ਆਉਂਦੀ ਹੁੰਦੀ। ਜੇ 5 ਵੀਆਂ ਹੋ ਗਈਆਂ, 5 ਧੜੀਆਂ ਹੋ ਗਈਆਂ, 40 ਤੱਕ ਗਿਣਤੀ ਨਹੀਂ ਸੀ ਆਉਂਦੀ। ਦਾਣੇ ਦੂਣੇ ਕਣਕ ਤੋਲਦੇ ਸੀ, 5 ਧੜੀਆਂ ਹੋ ਗਈਆਂ ਜੀ, 10 ਧੜੀਆਂ ਹੋ ਗਈਆਂ ਜੀ। ਉਹ ਇੰਨੇ ਕੁ ਸਿਆਣੇ ਵਿਚਾਰੇ ਹੁੰਦੇ ਸੀ। ਉਸ ਦੌਰ ਦੇ ਉਹ ਸਿਆਣੇ ਹੋਣਗੇ, ਲੇਕਿਨ ਇਸ ਦੌਰ ਦੇ ਵਿੱਚ ਉਹ ਸਿਆਣੇ ਨਹੀਂ। ਮਿਹਨਤ ਤੁਸੀਂ ਜਿੰਨੀ ਮਰਜ਼ੀ ਕਰੀਏ, ਮਿਹਨਤ ਖੋਤਾ ਵੀ ਬੜੀ ਕਰਦਾ, ਮਿਹਨਤ ਮਜ਼ਦੂਰ ਵੀ ਬੜੀ ਕਰਦਾ, ਲੇਕਿਨ ਉਹ ਤਰੱਕੀ ਤਾਂ ਨਹੀਂ ਕਰ ਸਕਦਾ। ਤਰੱਕੀ ਕਰਨ ਵਾਸਤੇ, ਅੱਗੇ ਨਿਕਲਣ ਵਾਸਤੇ ਮਿਹਨਤ ਦੀ ਨਹੀਂ, ਅਕਲ ਦੀ ਵੀ ਜ਼ਰੂਰਤ ਆ। ਜਿਹੜੇ ਬੰਦੇ ਸਾਰਾ ਟੱਬਰ ਮਿਹਨਤ ਕਰਦੇ ਨੇ, ਉਹਨਾਂ ਦਾ ਤਾਂ ਵਿਚਾਰਿਆਂ ਦੀ ਰੋਟੀ ਨਹੀਂ ਪੂਰੀ ਹੁੰਦੀ। ਅਤੇ ਜਿਹੜੇ ਬੰਦੇ ਸਿਆਸਤ ਵਿੱਚ ਆ ਜਾਂਦੇ ਨੇ, ਉਹ ਭਾਵੇਂ ਮੀਟਰ ਰੀਡਰ ਕਿਉਂ ਨਾ ਹੋਵੇ, ਉਹ ਸਰਕਾਰ ਅਗਲੇ 4 ਸਾਲਾਂ ਬਾਅਦ ਉਹ ਅਰਬਪਤੀ ਹੋ ਜਾਂਦਾ ਵਾ।